ਕਵੀ ਤੁਲਸੀ ਜਦ ਮਥੁਰਾ ਦੇ 'ਚ ਆਏ ਨਾ, ਭਗਤ ਸਨ ਬੜੇ ਵੱਡੇ, ਜਗ੍ਹਾ ਜਗ੍ਹਾ ਕਥਾ ਕਰਦੇ ਸਨ ਆਪਣੇ ਜ਼ਮਾਨੇ 'ਚ। ਉਸ ਗ੍ਰੰਥ ਦੀ ਕਥਾ ਕਰਦੇ ਨੇ ਸਨ ਜਿਸ ਨੂੰ ਉਹਨਾਂ ਨੇ ਖੁਦ ਲਿਖਿਆ ਸੀ, ਰਾਮਾਇਣ। ਇਹ ਉਹਨਾਂ ਦਾ ਲਿਖਿਆ ਹੋਇਆ ਹੈ। ਰਾਮ ਦਾ ਅਗਰ ਬਹੁਤ ਵੱਡਾ ਪ੍ਰਚਾਰ ਹੋਇਆ ਭਾਰਤ ਦੇ 'ਚ ਤੇ ਤੁਲਸੀ ਦੇ ਰਾਹੀਂ ਹੋਇਆ। ਜਗ੍ਹਾ ਜਗ੍ਹਾ ਉਸਨੇ ਆਪਣੀ ਰਚੀ ਹੋਈ, ਆਪਣੀ ਲਿਖੀ ਹੋਈ ਰਾਮਾਇਣ ਦੀ ਕਥਾ ਕੀਤੀ, ਲੋਕਾਂ ਦੇ ਹਿਰਦਿਆਂ ਨੂੰ ਰਾਮ ਨਾਲ ਜੋੜਿਆ। ਉਹ ਜਦ ਮਥੁਰਾ ਦੇ 'ਚ ਆਇਆ ਤਾਂ ਮਥੁਰਾ ਦੇ ਸਾਰੇ ਮੰਦਰ ਕ੍ਰਿਸ਼ਨ ਦੇ ਨੇ, ਇਤਿਹਾਸਕ, ਰਾਮ ਦੇ ਮੰਦਰ ਨਹੀਂ ਨੇ। ਦੁਆਰਕਾਧੀਸ਼ ਮੰਦਰ ਦੇ 'ਚ ਉਸਨੇ ਕਥਾ ਕਰਨੀ ਸੀ ਤੇ ਮੰਦਰ ਦੇ 'ਚ ਮੂਰਤੀ ਸ੍ਰੀ ਕ੍ਰਿਸ਼ਨ ਦੀ, ਮੁਰਲੀ ਹੱਥ 'ਚ ਨੱਚ ਰਿਹਾ ਨਾਲ ਰਾਧਾ। ਤੁਲਸੀ ਆਏ ਨੇ, ਮੱਥਾ ਨਹੀਂ ਟੇਕਿਆ। ਪੁਜਾਰੀ ਨੇ ਇਤਰਾਜ਼ ਕੀਤਾ, ਜਗ੍ਹਾ ਜਗ੍ਹਾ ਕਥਾ ਕਰਦੇ ਹੋ, ਸਾਰੇ ਭਾਰਤ ਦਾ ਭਰਮਣ ਕਰਦੇ ਹੋ, ਬਹੁਤ ਵੱਡੇ ਗਿਆਨੀ ਕਹਿਲਾਂਦੇ ਹੋ, ਭਗਤ ਕਹਿਲਾਂਦੇ ਹੋ, ਅਤੇ ਹੰਕਾਰ ਇਤਨਾ ਹੋ ਗਿਆ ਤੁਸੀਂ ਸਿਰ ਨਹੀਂ ਝੁਕਾਇਆ, ਮੱਥਾ ਨਹੀਂ ਟੇਕਿਆ। ਪਤਾ ਉੱਥੇ ਤੁਲਸੀ ਨੇ ਕੀ ਕਿਹਾ, ਕਿਉਂਕਿ ਕਵੀ ਤੇ ਸਨ। ਕਹਿੰਦੇ ਨੇ, ਕੈਸੀ ਸੁੰਦਰ ਛਬ ਬਨੇ ਭਲੇ ਬਿਰਾਜੇ ਨਾਥ, ਪਰ ਤੁਲਸੀ ਮਸਤਕ ਤਉ ਨਿਵੇਂ ਜੋ ਧਨਸ਼ਵਾਨ ਹੋਏ ਹਾਥ। ਮੈਂ ਉਹਦੇ ਅੱਗੋਂ ਝੁਕ ਸਕਦਾ ਜਿਹਦੇ ਕੋਲ ਧਨਸ਼ਵਾਨ ਹੈ, ਇਹਦੇ ਕੋਲ ਤੇ ਮੁਰਲੀ ਹੈ। ਮੈਂ ਮੁਰਲੀਧਰ ਦਾ ਪੁਜਾਰੀ ਨਹੀਂ ਹਾਂ, ਮੈਂ ਧਨਸ਼ਧਾਰੀ ਦਾ ਪੁਜਾਰੀ ਹਾਂ। ਮੈਂ ਕ੍ਰਿਸ਼ਨ ਦਾ ਪੁਜਾਰੀ ਨਹੀਂ ਹਾਂ, ਮੈਂ ਰਾਮ ਦਾ ਪੁਜਾਰੀ ਹਾਂ। ਮੇਰਾ ਇਸ਼ਟ ਕ੍ਰਿਸ਼ਨ ਨਹੀਂ ਹੈ, ਮੇਰਾ ਇਸ਼ਟ ਰਾਮ ਹੈ। ਇੰਨਾ ਵੱਡਾ ਭਗਤ, ਇਤਨਾ ਵੱਡਾ ਗਿਆਨੀ ਵੀ ਐਸਾ ਕਹਿੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਗਾਥਾ ਨਾਮਕ ਬਾਣੀ ਦੇ ਵਿੱਚ ਦੱਸਿਆ ਹੈ, ਅਗਰ ਕੋਈ ਪਰਮਾਤਮਾ ਤੱਕ ਨਹੀਂ ਪਹੁੰਚ ਸਕਿਆ ਤਾਂ ਰੁਕਾਵਟ ਮਾਇਆ ਹੈ, ਦੀਵਾਰ ਮਾਇਆ ਹੈ, ਜਿਸ ਨੇ ਮਨੁੱਖ ਨੂੰ ਪਰਮਾਤਮਾ ਤੱਕ ਨਹੀਂ ਪਹੁੰਚਣ ਦਿੱਤਾ। ਤਾਂ ਫਿਰ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਪੁੱਛੀਏ, ਮਹਾਰਾਜ ਮਾਇਆ ਕੀ ਆਉਂਦੀ ਹੈ? ਬੜੇ ਧਿਆਨ ਨਾਲ ਸੁਣਨਾ ਇਹਨਾਂ ਪੰਕਤੀਆਂ ਨੂੰ। ਮਾਇਆ ਚਿੱਤ ਭਰਮੇਣ, ਮਨੁੱਖ ਦੇ ਮਨ ਨੂੰ ਮਾਇਆ ਐਸਾ ਭਰਮਾ ਕੇ ਰੱਖ ਦਿੰਦੀ ਹੈ, ਪਰਮਾਤਮਾ ਤੱਕ ਨਹੀਂ ਪਹੁੰਚ ਸਕਦਾ। ਪਰ ਮਹਾਰਾਜ ਦੱਸੋ ਤੇ ਸਹੀ ਮਾਇਆ ਦਾ ਰੂਪ। ਮਾਇਆ ਚਿੱਤ ਭਰਮੇਣ ਇਸ਼ਟ ਮਿਤਰੇਖ ਬਾਂਧਵੇ। ਪਹਿਲੇ ਮਾਇਆ ਦਾ ਰੂਪ ਦੱਸਿਆ ਇਸ਼ਟ। ਅਗਰ ਮਨੁੱਖ ਰਾਮ ਤੱਕ ਹੀ ਰੁਕ ਗਿਆ, ਭਗਵਾਨ ਤੱਕ ਨਹੀਂ ਪਹੁੰਚਿਆ, ਤਾਂ ਰਾਮ ਮਾਇਆ ਬਣ ਗਿਆ। ਇਹ ਵੀ ਮੈਂ ਅਰਜ਼ ਕਰਦੇ ਹਾਂ। ਅਗਰ ਮਨੁੱਖ ਵਿਸ਼ਨੂੰ ਤੱਕ ਰੁਕ ਗਿਆ ਅਤੇ ਪ੍ਰਭੂ ਨਾਲ ਨਹੀਂ ਜੁੜਿਆ ਤਾਂ ਵਿਸ਼ਨੂੰ ਮਾਇਆ ਬਣ ਗਏ। ਪੰਕਤੀਆਂ ਫਿਰ ਸਰਵਨ ਕਰੋ। ਮਾਇਆ ਚਿੱਤ ਭਰਮੇਣ ਇਸ਼ਟ ਮਿਤਰੇਖ ਬਾਂਧਵੇ। ਅਗਰ ਮਨੁੱਖ ਮੁਹੰਮਦ ਤੱਕ ਰੁਕ ਗਿਆ, ਖੁਦਾ ਤੱਕ ਨਹੀਂ ਪਹੁੰਚਿਆ, ਤਾਂ ਮੁਹੰਮਦ ਵੀ ਉਸ ਵਾਸਤੇ ਮਾਇਆ ਬਣ ਗਿਆ। ਅਗਰ ਇਹ ਹੀ ਹਜ਼ਰਤ ਈਸਾ ਨਾਲ ਤੇ ਪਿਆਰ ਪਾ ਬੈਠਾ ਹੈ, ਉੱਥੇ ਰੁਕ ਗਿਆ, ਪ੍ਰਭੂ ਤੱਕ ਨਹੀਂ ਪਹੁੰਚਿਆ, ਤਾਂ ਹਜ਼ਰਤ ਈਸਾ ਮਾਇਆ। ਬੜੀ ਹਿੰਮਤ ਦੀ ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਕਰਦੇ ਨੇ। ਇਸ ਵਾਸਤੇ ਸਾਨੂੰ ਸ਼ਬਦ ਨਾਲ ਜੋੜਿਆ ਗਿਆ। ਕਿਹੜੇ ਸ਼ਬਦ ਨਾਲ ਜੋੜਿਆ ਗਿਆ? ਜੋ ਪਰਮਾਤਮਾ ਤੋਂ ਆਇਆ ਹੈ। ਪਰਮਾਤਮਾ ਨਾਲ ਜੁੜ ਸਕਦੇ ਹਾਂ ਅਸੀਂ ਪਰਮਾਤਮਾ ਦੇ ਬੋਲ ਕਰਕੇ, ਕਿਸੇ ਹੋਰ ਬੋਲ ਕਰਕੇ ਨਹੀਂ। ਤੋ ਪੁੱਛ ਲਓ ਗੁਰੂ ਨਾਨਕ ਨੂੰ, ਇਹ ਤੁਹਾਡੇ ਬੋਲ ਨੇ? ਕਹਿੰਦੇ ਨਹੀਂ, ਇਹ ਤੇ ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇਲਾਰੋ। ਇਹ ਤੇ ਜੈਸੇ ਖਸਮ ਤੋਂ ਬੋਲ ਆਏ ਨੇ, ਮੈਂ ਕਹਿ ਦਿੱਤੇ ਨੇ। ਹੋ ਆਪੋਂ ਬੋਲ ਨਾ ਜਾਣਦਾ, ਹੋ ਕਿਹਾ ਸਭ ਹੁਕਮ ਆਓ ਜੀਓ। ਮੈਂ ਇਸ ਤਰ੍ਹਾਂ ਦੇ ਬੋਲ ਬੋਲਣਾ ਜਾਣਦਾ ਹੀ ਨਹੀਂ। ਜੋ ਪ੍ਰਭੂ ਦਾ ਹੁਕਮ ਆਇਆ ਕਹਿ ਦਿੱਤਾ ਹੈ। ਇਹੀ ਕੁਛ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਓ ਜਗ ਮਾਏ। ਜੋ ਕੁਛ ਮੈਨੂੰ ਪ੍ਰਭੂ ਨੇ ਕਿਹਾ ਮੈਂ ਕਹਿ ਦਿੱਤਾ ਹੈ ਜਗਤ ਨੂੰ, ਮੇਰੇ ਆਪਣੇ ਬੋਲ ਨਹੀਂ। ਕਿਉਂ? ਐਸੇ ਪੁਰਸ਼ਾਂ ਦਾ, ਮਹਾਂਪੁਰਸ਼ਾਂ ਦਾ ਮਨ ਆਪਣਾ ਚੁੱਪ ਕਰ ਜਾਂਦਾ ਹੈ। ਉਹਨਾਂ ਦੀ ਆਤਮਾ ਬੋਲਦੀ, ਆਤਮਾ ਦੇ ਬੋਲ ਪਰਮਾਤਮਾ ਦੇ ਬੋਲ ਨੇ। ਜੈਸੇ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। 400 ਸਾਲਾ
ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਦ ਪ੍ਰਕਾਸ਼ ਉਤਸਵ ਮਨਾਇਆ ਗਿਆ ਅੰਮ੍ਰਿਤਸਰ ਦੇ ਵਿੱਚ ਇਤਿਹਾਸਿਕ ਇਕੱਠ ਹੋਇਆ, ਕਹਿੰਦੇ 44 ਲੱਖ ਦੇ ਕਰੀਬ ਇਕੱਠ ਹੋਇਆ। ਅੰਮ੍ਰਿਤਸਰ ਦੀ ਹਰ ਗਲੀ ਪੈਕ ਸੀ। ਇੰਦੌਰ ਤੋਂ 3 ਸੱਜਣਾਂ ਨੇ ਮੈਨੂੰ ਕਿਹਾ ਬਈ 2 ਕਮਰੇ ਸਾਡੇ ਲਈ ਜ਼ਰੂਰ ਰੱਖਣਾ। ਮੈਂ ਰੱਖੇ, ਪਰ ਉਹ ਰੇਲਵੇ ਸਟੇਸ਼ਨ ਤੋਂ ਥੋੜ੍ਹਾ ਜਿਹਾ ਅੱਗੇ ਨਿਕਲ ਕੇ ਮੈਨੂੰ ਫੋਨ ਕਰਨ ਲੱਗੇ, ਕਹਿੰਦੇ ਗਿਆਨੀ ਜੀ ਪਹੁੰਚੀਏ ਕਿਵੇਂ? ਭੀੜ, ਰਸਤੇ 'ਚ ਸਾਰੇ ਜਾਮ ਨੇ, ਕਾਰਾਂ ਨਾਲ ਮੋਟਰਾਂ ਨਾਲ ਜਾਮ ਨੇ, ਨਹੀਂ ਬੰਦਿਆਂ ਨਾਲ ਜਾਮ ਨੇ, ਮਨੁੱਖਾਂ ਨਾਲ ਜਾਮ। ਹਰ ਗਲੀ ਪੈਕ ਹੋਈ ਪਈ ਹੈ ਮਨੁੱਖ। ਮੈਂ ਕਿਹਾ ਜਦ ਤੁਸੀਂ ਇੱਥੇ ਤੱਕ ਨਹੀਂ ਆ ਸਕਦੇ ਤੇ ਮੈਂ ਵੀ ਹੁਣ ਤੁਹਾਨੂੰ ਲੈਣ ਵਾਸਤੇ ਉੱਥੇ ਤੱਕ ਨਹੀਂ ਜਾ ਸਕਦਾ। ਮੈਂ ਕਿਹਾ ਜਦ ਮੈਂ ਸਟੇਜ 'ਤੇ ਪਹੁੰਚਦਾ ਮੈਨੂੰ ਪੁਲਿਸ ਪਹੁੰਚਾਉਂਦੀ ਹੈ, ਉਹ ਰਸਤਾ ਬਣਾਉਂਦੀ ਹੈ। ਮੇਰੇ ਲਈ ਸਟੇਜ 'ਤੇ ਜਾਣਾ ਵੀ ਔਖਾ ਹੁੰਦਾ ਹੈ। ਨਿਊ ਅੰਮ੍ਰਿਤਸਰ ਦੇ 'ਚ 22 ਲੱਖ ਸੱਜਣਾਂ ਦਾ ਇਕੱਠ ਹੋਇਆ, ਕਿਤਨੀ ਦੂਰ ਤੱਕ, ਬਸ ਲੋਕਾਂ ਦੇ ਸਿਰ ਹੀ ਸਿਰ ਸਨ। ਸਟੇਜ ਤੱਕ ਮੈਂ ਆਪਣੇ ਟਿਕਾਣੇ ਤੋਂ ਸਟੇਜ ਤੱਕ ਮੈਂ ਪਹੁੰਚਿਆ 2 ਘੰਟਿਆਂ 'ਚ। ਇਤਨਾ ਇਕੱਠ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ 'ਤੇ ਬੋਲਣ ਵਾਸਤੇ ਆਏ ਸਨ ਦਲਾਈ ਲਾਮਾ ਜੀ। ਹਿੰਦੂ ਜਗਤ ਦੇ ਇਸ ਵਕਤ ਸਭ ਤੋਂ ਵੱਡੇ ਵਕਤਾ ਵਿਦਵਾਨ ਗਿਣੇ ਜਾਣ ਵਾਲੇ ਰਵੀ ਸ਼ੰਕਰ, ਉਹ ਵੀ ਆਏ। ਔਰ ਇਸੇ ਤਰੀਕੇ ਦੇ ਨਾਲ ਇਸਲਾਮੀ ਜਗਤ ਦੇ ਹਜ਼ਰਤ ਨਿਜ਼ਾਮੁਦੀਨ ਦੀ ਜਿਹੜੀ ਦਰਗਾਹ ਹੈ ਦਿੱਲੀ ਦੇ ਵਿੱਚ, ਉਸ ਦੇ ਜਿਹੜੇ ਵੱਡੇ ਜੋ ਮਜੌਰ ਨੇ, ਜਿਸ ਨੂੰ ਅਸੀਂ ਪੁਜਾਰੀ ਕਹਿ ਦਿੰਦੇ ਹਾਂ, ਸਾਡੇ ਵਿੱਚ ਗ੍ਰੰਥੀ ਸਾਹਿਬ ਕਹਿ ਦਿੰਦੇ ਨੇ, ਉਹਨਾਂ 'ਚ ਮਜੌਰ ਕਹਿ ਦਿੰਦੇ ਨੇ, ਉਸ ਦਰਗਾਹ ਦੇ ਜਿਹੜੇ ਵੱਡੇ ਮਜੌਰ ਨੇ ਗਾਲਬਨ 90 ਸਾਲ ਦੇ ਨੇੜੇ ਸਨ, ਬੜੇ ਬਜ਼ੁਰਗ ਸਨ, ਉਹ ਵੀ ਆਏ। 15-15, 20-20 ਮਿੰਟ ਦਾ ਸਾਰਿਆਂ ਦਾ ਟਾਈਮ ਸੀ, ਕਿਉਂਕਿ ਹਰ ਮਜ਼ਹਬ ਦੇ ਚੋਟੀ ਦੇ ਬੰਦੇ ਆਏ ਹੋਏ ਸਨ। ਦਲਾਈ ਲਾਮਾ ਚੋਂਕਿ ਤਿੱਬਤੀ ਭਾਸ਼ਾ ਦੇ 'ਚ ਬੋਲੇ, ਮੇਰੇ ਪੱਲੇ ਕੁਛ ਨਹੀਂ ਪਿਆ। ਭਾਵੇਂ ਉਹਨਾਂ ਕੋਲ ਇੰਟਰਪ੍ਰੇਟਰ ਹੈ ਸੀ, ਉਹ ਹਿੰਦੀ 'ਚ ਬੋਲਦਾ ਸੀ, ਪਰ ਟੁੱਟੀ ਫੁੱਟੀ ਹਿੰਦੀ ਸੀ, ਪੱਲੇ ਨਹੀਂ ਕੁਛ ਪੈਂਦਾ ਸੀ। ਰਵੀ ਸ਼ੰਕਰ ਤੇ ਇੱਕ ਵਿਦਵਾਨ ਸੱਜਣ ਸਨ। ਰਹਿ ਗਈ ਗੱਲ ਹਜ਼ਰਤ ਨਿਜ਼ਾਮੁਦੀਨ ਔਲੀਆ ਦੀ ਦਰਗਾਹ ਦੇ ਮਜੌਰ, ਇਹ ਉਰਦੂ ਦੇ 'ਚ ਬੋਲੇ, ਬੜੇ ਸਾਫ਼ ਲਫ਼ਜ਼ਾਂ ਦੇ 'ਚ। ਉਹਨਾਂ ਨੇ ਜੋ ਕੁਝ ਉਰਦੂ ਦੇ 'ਚ ਆਖਿਆ, ਮੈਂ ਤੁਹਾਨੂੰ ਪੰਜਾਬੀ ਦੇ ਸੁਣਾਵਾਂ। ਕਹਿਣ ਲੱਗੇ, ਜਿਸ ਦਿਨ ਸਾਰੀ ਦੁਨੀਆ ਸਿਆਣੀ ਹੋ ਗਈ ਨਾ ਧਾਰਮਿਕ ਤੌਰ 'ਤੇ, ਉਸ ਦਿਨ ਦੁਨੀਆ ਦੇ 'ਚ ਧਾਰਮਿਕ ਗ੍ਰੰਥ ਇੱਕੋ ਹੀ ਹੋਵੇਗਾ, ਔਰ ਉਸ ਗ੍ਰੰਥ ਦਾ ਨਾਂ ਹੋਵੇਗਾ ਧੰਨ ਗੁਰੂ ਗ੍ਰੰਥ ਸਾਹਿਬ। ਇਹ ਉਸ ਦਰਗਾਹ ਦਾ ਮਜੌਰ ਕਹਿੰਦਾ। ਕਿਉਂ ਕਹਿੰਦਾ? ਸੰਸਾਰ ਸ਼ਬਦ ਤੋਂ ਆਇਆ ਹੈ। ਸ਼ਬਦ ਦੀ ਪੂਜਾ ਨਿਰੰਕਾਰ ਦੀ ਪੂਜਾ ਹੈ, ਖੁਦਾ ਦੀ ਪੂਜਾ ਹੈ। ਔਰ ਉਹਨੇ ਕਿਹਾ, ਉਹਦੇ ਅਲਫਾਜ਼ ਜੋ ਲੱਖਾਂ ਦੇ ਇਕੱਠ ਦੇ 'ਚ ਉਸਨੇ ਕਿਹਾ ਵੀ ਕੁਰਾਨ ਸ਼ਰੀਫ ਕਹਿੰਦੀ ਹੈ, ਖੁਦਾ ਦੇ ਅੰਦਰੋਂ ਆਵਾਜ਼ ਉੱਠੀ ਜੋ ਨਿਰਾਕਾਰ ਹੈ, ਹੋ ਜਾ ਤੋ ਜਗਤ ਹੋ ਗਿਆ। ਉਹਦੇ ਬੋਲ ਤੋਂ ਹੋਇਆ, ਉਹਦੇ ਸ਼ਬਦ ਤੋਂ ਹੋਇਆ। ਗੁਰਬਾਣੀ ਕਹਿੰਦੀ ਹੈ, ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਇੱਕ ਕਵਾਓ ਤੋਂ, ਇੱਕ ਬੋਲ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਚੱਲ ਪਏ। ਅਤੇ ਜ਼ਿੰਦਗੀ ਦਾ ਦਰਿਆ ਸੂਰਜ ਮੰਨਿਆ ਜਾਂਦਾ ਹੈ। ਪਤਾ ਨਹੀਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋ ਗਏ। ਲੰਬਾ ਚੌੜਾ ਖੁਲਾਸਾ ਗੁਰਬਾਣੀ ਦੇ 'ਚ ਹੈ। ਇਹ ਵਿਚਾਰ ਨਿਜ਼ਾਮੁਦੀਨ ਔਲੀਆ ਦਰਗਾਹ ਦੇ ਮੁਖੀ ਮਜੌਰ ਨੇ ਕਹੇ। ਕਹਿਣ ਲੱਗੇ, ਜੇ ਦੁਨੀਆ ਸਿਆਣੀ ਨਹੀਂ ਹੈ, ਜਿਸ ਦਿਨ ਸਿਆਣੀ ਹੋਈ, ਇੱਕੋ ਹੀ ਧਾਰਮਿਕ ਗ੍ਰੰਥ ਹੋਵੇਗਾ ਸਾਰੀ ਦੁਨੀਆ ਦੇ, ਉਹ ਹੋਣਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹ ਅਲਫਾਜ਼ ਮੈਂ ਸੁਣ ਕੇ ਹੈਰਾਨ ਹੋਇਆ। ਇੱਕ ਮੁਸਲਿਮ ਵਕਤਾ ਐਸਾ ਕਹਿੰਦਾ, ਉਹਨੂੰ ਇਹ ਸੱਚਾਈ ਜੋ ਹੈ ਦਿਸੀ। ਬਦਕਿਸਮਤੀ ਹੈ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ
ना खुद सुन सके ना जगत नूं सुना सके। ये भी मैं अर्ज कर दिया। इकबाल ने एक गल कही सी मौके सिर, बहुत शौक से सुन रहा था ज़माना, हम ही सो गए दासतां कहते कहते। लोकी ते जानना चाहते सन गुरु ग्रंथ साहब दे च की है, असी दसन वाले ही सौ गए, गफलत दे चले गए, ना खुद समझ सके ना जगत नूं समझा सके। गुरु ग्रंथ साहब जी महाराज कहते हैं, अगर इष्ट ने परमात्मा तक पहुँचण तो रोक दिता है तो इष्ट भी माया है। धन गुरु ग्रंथ साहब जी महाराज दे गुरु नानक देव जी का कोई इतिहास नहीं है। तुसी ये लभना चाहो गुरु नानक देव जी महाराज कदों प्रगट होए नहीं लिखिया, उन्हां दे माता पिता कौन सन नहीं लिखिया, उन्हां दी पत्नी का की नाम सी, उन्हां दे बच्चे कितने सन नहीं लिखिया। गुरु ग्रंथ साहब दे केवल परमात्मा दी विचार है, निरोल निरंकार दी विचार है। इस वास्ते पोथी परमेश्वर का स्थान, धन गुरु ग्रंथ साहब नूं शरधा नाल मत्था टेकिया होया, परमात्मा नूं मत्था टेकिया। ईश्वर दी गल, ईश्वर नाल मनुख जुड़ सकता है ईश्वर दे बोल करके और किसी दे बोल करके नहीं। महाराज कहते ने माया चित भर में, माया मनुख नूं भरमा के रख देंदी है। तो प्रश्न पैदा होता है माया की, इष्ट मित्र एक बांधवे। पहला तो इष्ट नूं माया का रूप दस दिता है। अगर राम ने भी भगवान तक नहीं पहुँचण दिता तो मनुख राम नूं ही भगवान कह बैठा है, तो ये राम भी माया हो गए। बड़ी हिम्मत की गल गुरु अर्जन देव जी ने कही है। इस वास्ते ऐलानिया गुरु गोबिंद सिंह जी ने कह दिता, जो हमको परमेश्वर उचर हैं ते सब नरक कुंड में भर। जो मेरे तक ही रुक जाएगा कुंभी नरक दे जाएगा। जो हमको परमेश्वर उचर हैं ते सब नरक कुंड में परें। फिर तुसी कौन हो, मोको दास तवन का जानो, यह में भेद न रंच पछानो। मैं हूँ परम पुरख को दासा, देखन आयो जगत तमस। मैं तो उसका निमाणा सेवक हाँ, उदा दास हाँ। माया चित भरमेण इष्ट मित्रेक। अगर मित्र करके परिवार करके निरंकार भूल गए तो परिवार भी माया है, मित्र भी माया है, पुत्र भी माया है, इष्ट भी माया है। किसी लिए इष्ट माया बन गया, किसी लिए परिवार माया बन गया, पति माया बन गया, पत्नी माया बन गई, पुत्र माया बन गया, धन संपदा माया बन गई। जे परमात्मा दे अनेकां रूप ने, अनक रूप तेरे नारायणा, तो माया दे भी बड़े रूप ने। ते माया दा वड्डा रूप महाराज बयान पे करते हैं इष्ट। ये सोचण वाली गल है। इष्ट माया है। अगर मनुख दी शरधा, मनुख दा ज्ञान इष्ट ते रुक गया, उस तो अगे नहीं जा रहा। राम दे इतिहास दा सब कुछ पता है, भगवान दा कख भी नहीं पता। श्री कृष्ण बारे ते सब कुछ जानता है, परमात्मा बारे कुछ भी नहीं जानता। मुहम्मद साहब दे जन्म तो लैके अंत समय की कथा का इसनों पता है, खुदा बारे कुछ भी नहीं जानता। तो इष्ट माया हो गया। मैं पंक्तियां फिर दोहरावां। गाथा महला पंजवां। ये मैनू नहीं पता थोड़ी धार्मिक मानसिक स्टेज की है, क्योंकि हर शहर की मैं पहले अर्ज कर चुके हाँ, मानसिक मंडल हर शहर का अलग अलग होता है। तो चलो ये दो लफ्ज़ मैं फिर दोहरा देवां। हर शहर दे चोटी दे राजनीतिक होंदे ने, हर शहर दे चोटी दे धनवान भी होंदे ने, हर शहर दे वड्डे वड्डे वपारी भी होंदे ने, हर शहर दे साइंटिस्ट होंदे ने, डॉक्टर होंदे ने, लॉयर होंदे ने, इंजीनियर होंदे ने, हर शहर दे दार्शनिक फिलासफर कलाकार होंदे ने। हर शहर दे संत नहीं होंदा, हर शहर दे भगत नहीं होंदा, नहीं होंदा। चोटी दा साइंटिस्ट बन जाना, वपारी बन जाना, राजनीतिक बन जाना, धनवान बन जाना, उस तो भी करोड़ां गुणा औखा है भगत बन जाना। यह भी मैं अर्ज करा। और साहब कहते पे ने, पंडित सूर छतरपत राजा, भगत बराबर और ना कोई।
ਭਗਤ ਸਿਰਮੌਰ। ਭਗਤ ਭਗਵਾਨ ਦਾ ਰੂਪ ਹੋ ਜਾਂਦਾ ਹੈ। ਉਹ ਬੂੰਦ ਨਹੀਂ ਰਹਿ ਜਾਂਦੀ, ਸਾਗਰ ਹੋ ਜਾਂਦੀ ਹੈ।